ਵਗਦੇ ਪਾਣੀਆਂ ਦਾ ਸੰਗੀਤ। ਇੱਕ ਨਵੀਂ ਸ਼ੁਰੂਆਤ। ਦਾਰਜੀ ਨੇ ਬੜੀ ਹਲੀਮੀ ਨਾਲ ਇਸ ਬੁਰੇ ਵਕਤ ਦਾ ਸਾਹਮਣਾ ਕੀਤਾ। ਮਾਂ ਨੂੰ ਮੁੜ ਕੇ ਤਿਆਰ ਕੀਤਾ। ਆਪਣੀ ਬਿਮਾਰੀ ਤੋਂ ਠੀਕ ਹੋ ਕੇ ਪਹਿਲਾਂ ਮਾਂ ਨੇ 1953 ਵਿੱਚ ਜਲੰਧਰ ਰੇਡੀਓ ਤੋਂ ਗਾਉਣਾ ਸ਼ੁਰੂ ਕੀਤਾ, ਫਿਰ ਦਿੱਲੀ ਰੇਡੀਓ ਤੋਂ। 1953 ਤੋਂ 54 ਵਿੱਚ HMV ਨੇ ਅਪਰੋਚ ਕੀਤਾ, ਕੰਟਰੈਕਟ ਸਾਈਨ ਹੋ ਗਿਆ। ਇਹ 25 ਸਾਲਾਂ ਦਾ ਹਿਸਾਬ ਕਿਤਾਬ ਸੀ। ਬਸ ਫਿਰ ਤਾਂ ਗੀਤ ਹੀ ਗੀਤ। ਦਾਰਜੀ ਦੀ ਜ਼ਿੰਮੇਵਾਰੀ ਹੁਣ ਹੋਰ ਵੀ ਵੱਧ ਗਈ ਸੀ, ਕਿਉਂਕਿ ਉਹ ਚਾਹੁੰਦੇ ਸਨ ਕਿ ਕੋਈ ਵੀ ਗੀਤ ਉੱਚ ਪੱਧਰ ਤੋਂ ਇਲਾਵਾ ਨਾ ਗਾਇਆ ਜਾਵੇ। ਮਨੋਵਿਗਿਆਨ ਦੀ ਮਾਸਟਰਜ਼ ਇਸ ਦੇ ਲਈ ਕਾਫੀ ਨਹੀਂ ਸੀ, ਇਸ ਲਈ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਪੰਜਾਬੀ ਦੀ ਮਾਸਟਰਜ਼ ਕਰਨ ਦਾ ਇਰਾਦਾ ਕਰ ਲਿਆ। 1956 ਵਿੱਚ MA ਪੰਜਾਬੀ ਕਰਕੇ ਉਹ ਖਾਲਸਾ ਕਾਲਜ ਦੇਵਨਗਰ ਪੜ੍ਹਾਉਣ ਲੱਗ ਪਏ। ਇਸ ਤੋਂ ਪਹਿਲਾਂ ਉਹ ਕਈ ਪਾਪੜ ਵੇਲ ਚੁੱਕੇ ਸਨ। ਕਿਸੇ ਦੇ ਰੈਸਟੋਰਾਂ ਵਿੱਚ ਮੈਨੇਜਰੀ ਵੀ ਕੀਤੀ ਸੀ। ਸੱਚੀ ਤੇ ਸੁੱਚੀ ਜ਼ਿੰਦਗੀ ਜਿਉਣ ਵਾਲਿਆਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਾ। ਅਸੀਂ ਜਦ ਬੰਬਈ ਤੋਂ ਦਿੱਲੀ ਆਏ ਤਾਂ ਕਿਸੇ ਦੋਸਤ ਨੇ ਕਰੋਲ ਬਾਗ ਵੈਸਟ ਦੇ ਘਰ ਦਾ ਇੰਤਜ਼ਾਮ ਕੀਤਾ। ਇਹ ਘਰ ਦਾਰਜੀ ਨੂੰ ਪਸੰਦ ਆ ਗਿਆ, ਕਿਉਂਕਿ ਉਸ ਘਰ ਦੇ ਮੱਥੇ ਉੱਤੇ ਲਿਖਿਆ ਹੋਇਆ ਸੀ, ਤੇਰਾ ਘਰ ਸੋ ਮੇਰਾ ਘਰ। ਨਾਲੇ ਇਹ ਘਰ ਦਿੱਲੀ ਦੇ ਸੈਂਟਰ ਵਿੱਚ ਸੀ। ਇੱਕ ਪਾਸੇ ਕਨੌਟ ਪਲੇਸ, ਦੂਜੇ ਪਾਸੇ ਪੁਰਾਣੀ ਦਿੱਲੀ। 2 ਮਹੀਨੇ ਇੱਥੇ ਰਹਿਣ ਤੋਂ ਬਾਅਦ ਹੀ ਮਾਂ ਨੂੰ ਚੀਨ ਜਾਣ ਦਾ ਸੱਦਾ ਸਰਕਾਰ ਵੱਲੋਂ ਆਇਆ। ਦਾਰਜੀ ਅਤੇ ਮੈਂ ਉੱਥੇ ਇਕੱਲੇ ਰਹਿਣ ਲੱਗ ਗਏ। ਦਾਰਜੀ ਨੂੰ ਚਾਈਲਡ ਗਾਈਡੈਂਸ ਸਕੂਲ ਵਿੱਚ ਨੌਕਰੀ ਮਿਲ ਗਈ ਸੀ ਅਤੇ ਉਹ ਮੈਨੂੰ ਵੀ ਆਪਣੇ ਨਾਲ ਹੀ ਲੈ ਜਾਂਦੇ ਸਨ। ਉਦੋਂ ਮੈਂ ਮਸਾਂ 3.5 ਕੁ ਵਰ੍ਹਿਆਂ ਦੀ ਹੋਵਾਂਗੀ। ਇੱਕ ਦਿਨ ਘਰ ਵਾਪਸ ਆਏ ਤਾਂ ਦਾਰਜੀ ਲਈ ਇੱਕ ਖਤ ਆਇਆ ਹੋਇਆ ਸੀ, ਜੋ ਮਕਾਨ ਮਾਲਿਕ ਨੇ ਪੜ੍ਹਾਇਆ। ਸੋਢੀ ਸਾਹਿਬ, ਇਹ ਖਤ ਲੈ ਲਓ। ਮੈਨੂੰ ਯਾਦ ਹੈ ਕਿ ਖਤ ਪੜ੍ਹ ਕੇ ਦਾਰਜੀ ਬਹੁਤ ਖੁਸ਼ ਹੋਏ ਸਨ। ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਕੁਝ ਦੋਸਤ ਮਿਲਣ ਲਈ ਆ ਰਹੇ ਸਨ। ਦਾਰਜੀ ਨੇ ਆਪਣੇ ਹੱਥੀਂ ਮਾਂ ਪ੍ਰਸ਼ਾਦ ਪਕਾਇਆ, ਯਾਨੀ ਕਿ ਮਟਨ ਕਰੀ। ਸ਼ਾਮ ਨੂੰ 2-3 ਜਣੇ ਘਰ ਮਿਲਣ ਆਏ। ਉਹ ਸਨ ਤੇਰਾ ਸਿੰਘ ਚੰਦ, ਨਵਤੇਜ ਸਿੰਘ ਪ੍ਰੀਤ ਲੜੀ ਵਾਲੇ ਅਤੇ ਇੱਕ ਹੋਰ ਪ੍ਰੋਫੈਸਰ ਅੰਕਲ, ਜਿਨ੍ਹਾਂ ਦਾ ਨਾਂ ਮੈਨੂੰ ਚੇਤੇ ਨਹੀਂ ਆਉਂਦਾ। ਖੂਬ ਹਾਸਾ ਠੱਠਾ ਹੋਇਆ, ਖਾਣਾ ਪੀਣਾ ਅਤੇ ਮਸਤੀਆਂ। ਫਿਰ ਇੱਕਦਮ ਚੰਦ ਅੰਕਲ ਨੂੰ ਦਾਰਜੀ ਨੇ ਸੋਫੇ ਤੋਂ ਪੁੰਜੇ ਸੁੱਟ ਲਿਆ ਅਤੇ ਆਪ ਸੋਫੇ ਤੋਂ ਉੱਠ ਕੇ ਅੰਕਲ ਦੇ ਉੱਤੇ ਬਹਿ ਗਏ, ਜਿਵੇਂ ਘੋਲ ਕਰੀਦਾ। ਮੈਂ ਰੋਣਾ ਸ਼ੁਰੂ ਕਰ ਦਿੱਤਾ। ਚੰਦ ਅੰਕਲ ਮੇਰੇ ਵੱਲ ਬਾਹਾਂ ਉਲਾਰ ਕੇ ਕਹਿਣ ਲੱਗੇ, ਮੈਨੂੰ ਬਚਾ ਲੈ ਡੌਲੀ ਬੱਚੀਏ, ਤੇਰਾ ਪਿਓ ਮੈਨੂੰ ਮਾਰ ਸੁੱਟੇਗਾ। ਸਾਰੇ ਹੱਸ ਰਹੇ ਸਨ ਅਤੇ ਮੈਂ ਉੱਚੀ ਉੱਚੀ ਰੋ ਰਹੀ ਸਾਂ। ਦਾਰਜੀ ਨੂੰ ਥੱਲੇ ਲਾਣ ਦੀ ਫਰਮਾਇਸ਼ ਕਰ ਰਹੀ ਸਾਂ। ਦਾਰਜੀ ਕਹਿ ਰਹੇ ਸਨ, ਓ ਨਵਤੇਜ, ਜ਼ਰਾ ਕੈਂਚੀ ਫੜਾਈ, ਮੈਂ ਇਹਦੀ ਦਾੜੀ ਵੱਢਾਂ, ਜਿਹੜੀ ਜ਼ਰੂਰਤ ਤੋਂ ਵੱਧ ਲੰਮੀ ਹੁੰਦੀ ਜਾ ਰਹੀ ਹੈ। ਕਾਫੀ ਖੱਪ ਪਾਉਣ ਬਾਅਦ ਦਾਰਜੀ ਨੇ ਚੰਦ ਅੰਕਲ ਨੂੰ ਛੱਡਿਆ ਅਤੇ ਵਾਤਾਵਰਨ ਨਾਰਮਲ ਹੋਇਆ। ਦਾਰਜੀ ਨੇ ਚੰਦ ਅੰਕਲ ਨੂੰ ਕਿਹਾ, ਦੱਸ, ਤੈਨੂੰ ਮੇਰੇ ਵਾਲਾਂ ਨਾਲ ਪਿਆਰ ਹੈ ਕਿ ਮੇਰੇ ਨਾਲ? ਗੱਲ ਤਾਂ ਹੁਣ ਪਤਾ ਲੱਗੀ ਸੀ। ਉਹਨਾਂ ਦਾਰਜੀ ਨੂੰ ਟਿਚਕਰ ਮਾਰੀ ਸੀ ਕਿ ਤੂੰ ਬੰਬਈ ਜਾ ਕੇ ਵਾਲ ਕਟਵਾ ਦਿੱਤੇ ਨੇ। ਮੈਂ ਤਾਂ ਸੋਚਿਆ ਸੀ ਕਿ ਤੇਰੇ ਨਾਲ ਕਦੇ ਨਹੀਂ ਬੋਲਣਾ। ਬਸ ਕਰ ਦਾੜੀ ਵਾਲਿਆ, ਮੈਂ ਤੇਰਾ ਹੁਣੇ ਇਲਾਜ ਕਰਨਾ, ਕਹਿ ਕੇ ਦਾਰਜੀ ਚੰਦ ਅੰਕਲ ਉੱਤੇ ਟੁੱਟ ਪਏ ਸਨ। ਅੰਕਲ ਦੀਆਂ ਅੰਨ੍ਹਿਆਂ ਅਕਲ ਦੇ ਅੰਨ੍ਹਿਆਂ, ਇਨਸਾਨ ਦਾ ਦਿਮਾਗ ਹੀ ਸਭ ਤੋਂ ਵੱਡਮੁੱਲੀ ਵਸਤ ਹੈ। ਵਾਲਾਂ ਦਾ ਕੀ ਹੈ, ਇਹ ਫੇਰ ਰੱਖ ਲਵਾਂਗੇ। ਚੰਦ ਅੰਕਲ ਨੇ ਕਿਹਾ, ਮੇਰੀ ਦੋਸਤੀ ਤਾਂ ਤੇਰੇ ਨਾਲ ਤੇਰੇ ਦਿਲ ਦਿਮਾਗ ਕਰਕੇ ਹੈ, ਨਾ ਕਿ ਤੇਰੀ ਦਾੜੀ ਕਰਕੇ। ਚੰਦ ਅੰਕਲ ਖਿੜਖਿੜਾ ਕੇ ਹੱਸੇ ਤੇ ਦਾਰਜੀ ਨੂੰ ਘੁੱਟ ਕੇ ਜੱਫੀ ਪਾ ਲਈ। ਉਹਨਾਂ ਕਿਹਾ, ਐਵੇਂ ਭੈੜੇ ਵਿਚਾਰ ਆ ਗਏ ਸਨ ਮੇਰੇ ਮਨ ਵਿੱਚ ਕਿ ਸ਼ਾਇਦ ਤੂੰ ਆਪਣੀ ਕੀਮਤੀ ਸੋਚ ਤੋਂ ਹਟ ਕੇ ਫਿਲਮੀ ਦੁਨੀਆ ਵਿੱਚ ਚਲਾ ਗਿਆ ਹੈ ਤੇ ਬਦਲ ਜਾਵੇਂਗਾ। ਹੋਰ ਤਾਂ ਕੁਝ ਨਹੀਂ ਸੀ। ਮੈਂ ਤੈਨੂੰ ਗਵਾਉਣਾ ਨਹੀਂ ਸੀ ਚਾਹੁੰਦਾ। ਸ਼ੁਕਰ ਹੈ ਕਿ ਤੂੰ ਵਾਪਸ ਆ ਗਿਆ।
कुछ सालों बाद ही एक वारी दारजी MA पंजाबी दी पढ़ाई करते हुए 18-18 घंटे पढ़ते सन तां तेज बुखार चढ़ गया। मैं 6 कुछ साल दी होवांगी। मैं दारजी कोल बैठी, पता नहीं केड़ी सोच विचों निकल के एकदम दारजी वाल वेख के मैं क्या, इतने दिन से आपने शेव नहीं की, दाढ़ी चुभने लगी है, मैं पारी पारी कैसे करूं? दारजी ने क्या, बुखार तां ठीक हो जाए बाबा, मैं दाढ़ी साफ कर दियांगा। मैं तरला पाया, नहीं दारजी, अब आप सरदार बन जाओ प्लीज। उस दिन तो आखिरी दिन तक मुड़ उन्हां कदी दाढ़ी कट्टण वाली गल नहीं कीती ਅਤੇ ਮੇਰੇ ਮਨ ਵਿੱਚ ਉਹ ਗੁੱਸਾ ਜੋ ਚੰਨ ਅੰਕਲ ਦੀ ਦਾੜੀ ਕੱਟਣ ਵਾਲਾ ਸੀ ਉਹ ਵੀ ਦੂਰ ਹੋ ਗਿਆ। ਹੁਣ ਵੀ ਜਦੋਂ ਕਦੇ ਚੰਨ ਅੰਕਲ ਮਿਲਦੇ ਹਨ ਤਾਂ ਉਹ ਇਹ ਕਿੱਸਾ ਲੈ ਕੇ ਬੈਠ ਜਾਂਦੇ ਨੇ, ਮੈਨੂੰ ਤਾਂ ਮੇਰੀ ਬੱਚੀ ਡੋਲੀ ਨੇ ਬਚਾਇਆ, ਇਹਦਾ ਪਿਓ ਤੇ ਮੈਨੂੰ ਮੌਲਵੀ ਬਣਾਉਣ ਲੱਗਾ ਸੀ। ਦਾਰਜੀ ਮੇਰੀ ਗੱਲ ਹਮੇਸ਼ਾ ਮੰਨਦੇ ਸੀ, ਜਿਵੇਂ ਮੇਰਾ ਮਨ ਭਾਂਪ ਲੈਂਦੇ ਹੋਣ ਕਿ ਮੈਂ ਕੀ ਸੋਚ ਰਹੀ ਹਾਂ ਅਤੇ ਕੀ ਚਾਹੁੰਦੀ ਹਾਂ। ਜੇਕਰ ਉਹ ਕੁਝ ਅਜਿਹਾ ਹੋਵੇ ਜੋ ਉਹਨਾਂ ਨੂੰ ਵਾਜਿਬ ਨਾ ਲੱਗੇ ਤਾਂ ਬੜੇ ਹੀ ਪਿਆਰ ਤੇ ਪਿਆਰੇ ਅੰਦਾਜ਼ ਨਾਲ ਸਮਝਾ ਦਿੰਦੇ ਸਨ ਅਤੇ ਮੈਂ ਝੱਟ ਹੀ ਮੰਨ ਜਾਂਦੀ ਸਾਂ। ਉਹਨਾਂ ਉੱਤੇ ਮੇਰਾ ਵਿਸ਼ਵਾਸ ਆਖਰੀ ਘੜੀ ਤੱਕ ਇੰਜ ਹੀ ਬਰਕਰਾਰ ਰਿਹਾ। ਉਹ ਜਾਣਦੇ ਸੀ ਕਿ ਮੈਂ ਕਦੇ ਕੋਈ ਨਾਜਾਇਜ਼ ਪੇਸ਼ਕਸ਼ ਕਰਨੀ ਹੀ ਨਹੀਂ ਅਤੇ ਉਹਨਾਂ ਨੂੰ ਪਰੇਸ਼ਾਨ ਕਰਨਾ ਹੀ ਨਹੀਂ। 13 ਘਰ ਦੇ ਬਾਅਦ ਅਸੀਂ ਗੋਲ ਮਾਰਕੀਟ ਕੋਲ ਆਊਟਰਮ ਸਕੁਆਇਰ ਅਤੇ ਜਾਫਰੀ ਸਕੁਆਇਰ ਵਿੱਚ 2 ਕੁ ਸਾਲ ਕਿਰਾਏ ਦੇ ਕਮਰੇ ਵਿੱਚ ਵੀ ਰਹੇ ਸੀ। ਬਿਰਲਾ ਮੰਦਿਰ ਇੱਥੋਂ ਪੈਦਲ ਜਾਇਆ ਜਾ ਸਕਦਾ ਸੀ। ਮੈਂ ਅਕਸਰ ਦਾਰਜੀ ਦੀ ਉਂਗਲ ਫੜ ਕੇ ਮੰਗਲਵਾਰ ਨੂੰ ਮੰਦਿਰ ਜਾਂਦੀ ਸਾਂ। ਉੱਥੇ ਬੂੰਦੀ ਦਾ ਪ੍ਰਸ਼ਾਦ ਮਿਲਦਾ ਸੀ ਜੋ ਮੈਨੂੰ ਬਹੁਤ ਸਵਾਦ ਲੱਗਦਾ ਸੀ। ਫਿਰ ਇਤਵਾਰ ਵਾਲੇ ਦਿਨ ਸਕੁਆਇਰ ਵਿੱਚ ਆਊਟਰਮ ਸਕੁਆਇਰ ਤੇ ਜਾਫਰੀ ਸਕੁਆਇਰ ਦੇ ਵਿਚਕਾਰ ਇੱਕ ਮੈਦਾਨ ਹੁੰਦਾ ਸੀ। ਉਹ ਸਕੁਆਇਰ ਵਿੱਚ ਖੁੱਲੇ ਮੈਦਾਨ ਵਿੱਚ ਦਾਰਜੀ ਬਾਕੀ ਹੋਰ ਕੁਆਟਰਾਂ ਵਿੱਚ ਰਹਿਣ ਵਾਲੇ ਬੱਚਿਆਂ ਦੇ ਨਾਲ ਤੇ ਅਫਸਰਾਂ ਦੇ ਨਾਲ ਕ੍ਰਿਕਟ ਖੇਡਦੇ ਸਨ। ਮੈਨੂੰ ਵੀ ਨਾਲ ਹੀ ਰੱਖਦੇ ਸਨ। ਉੱਥੋਂ ਹੀ ਮੈਨੂੰ ਇਸ ਖੇਡ ਦਾ ਆਨੰਦ ਆਉਣ ਲੱਗ ਪਿਆ ਸੀ। ਫਿਰ 8ਵੀਂ ਕਲਾਸ ਵਿੱਚ ਮੈਂ ਆਪਣੇ ਸਕੂਲ ਦੀ ਟੀਮ ਦੀ ਕਪਤਾਨ ਵੀ ਬਣੀ। ਦਾਰਜੀ ਮੈਨੂੰ ਸਾਰੀਆਂ ਖੇਡਾਂ ਖਿਡਾਉਂਦੇ ਸਨ, ਬੈਡਮਿੰਟਨ, ਟੇਬਲ ਟੈਨਿਸ, ਤੈਰਾਕੀ, ਘੋੜ ਸਵਾਰੀ, ਪੇਂਟਿੰਗ ਤੇ ਇਤਿਆਦਿ। 1955 ਵਿੱਚ ਦਾਰਜੀ ਨੂੰ ਉਹਨਾਂ ਦੇ ਮਿੱਤਰ ਡਾਕਟਰ ਦਲੀਪ ਸਿੰਘ ਯੂਨੀਵਰਸਿਟੀ ਵਿੱਚ ਮਿਲੇ। ਉਹਨਾਂ ਨੇ ਦਾਰਜੀ ਨੂੰ ਆਪਣੇ ਘਰ ਦਾ ਇੱਕ ਹਿੱਸਾ ਕਿਰਾਏ ਤੇ ਦੇਣ ਦੀ ਪੇਸ਼ਕਸ਼ ਕੀਤੀ। 1000 ਗਜ਼ ਦੀ ਕੋਠੀ ਸੀ, ਵਿਚਕਾਰ ਕੰਧ ਕਰਕੇ ਅੱਧੋ ਅੱਧ ਕੀਤੀ ਹੋਈ ਸੀ। ਦੂਜਾ ਪਾਸਾ ਕਿਰਾਏ ਲਈ ਰੱਖਿਆ ਸੀ, ਜਿੱਥੇ 500 ਗਜ਼ ਗਰਾਊਂਡ ਫਲੋਰ ਉੱਤੇ ਡਾਕਟਰ ਉਦਮ ਸਿੰਘ ਪਰਿਵਾਰ ਸਮੇਤ ਰਹਿੰਦੇ ਸਨ ਤੇ ਉੱਪਰਲੀ ਮੰਜ਼ਿਲ ਸਾਨੂੰ ਦੇ ਦਿੱਤੀ। ਨਿੱਕਾ ਜਿਹਾ ਯੂਨਿਟ ਸੀ, 2 ਕਮਰੇ ਅਤੇ ਵਿਹੜਾ। ਪਹਿਲੀ ਮੰਜ਼ਿਲ ਤੇ ਪੌੜੀਆਂ ਵਿੱਚ ਰਸੋਈ ਘਰ। ਪਿਛਲੀ ਐਂਟਰੀ ਵਿੱਚ ਇੱਕ ਗਰਾਊਂਡ ਫਲੋਰ ਤੇ ਵੱਡਾ ਕਮਰਾ ਵੀ ਸੀ, ਜਿੱਥੇ ਦਾਦੀ ਜੀ ਵੀ ਸਾਡੇ ਕੋਲ ਆ ਕੇ ਰਹਿੰਦੇ ਸਨ। ਮੇਰਾ 6ਵਾਂ ਜਨਮ ਦਿਨ ਇਸੇ ਘਰ ਵਿੱਚ ਮਨਾਇਆ ਗਿਆ ਸੀ। ਮੇਰਾ ਹਰ ਜਨਮ ਦਿਨ ਚੰਗੇ ਮਾੜੇ ਹਾਲਾਤ ਵਿੱਚ ਵੀ ਮਾਂ ਬੜੇ ਸ਼ੌਕ ਨਾਲ ਮਨਾਉਂਦੀ ਸੀ। ਜਾਮਨੀ ਰੰਗ ਦਾ ਲਹਿੰਗਾ ਅਤੇ ਨਿੱਕੀ ਜਿਹੀ ਚੋਲੀ ਸਾਟਨ ਦੀ ਉੱਤੇ ਕਿਨਾਰੀ ਲਵਾ ਕੇ ਮਾਂ ਮੇਰੇ ਲਈ ਲੈ ਕੇ ਆਈ ਸੀ। ਮੈਂ ਪਾ ਕੇ ਸਹੇਲੀਆਂ ਨਾਲ ਨੱਚਦੀ ਫਿਰਦੀ ਸੀ, ਉਹਨਾਂ ਨਵੀਆਂ ਸਹੇਲੀਆਂ ਨਾਲ ਜੋ ਮੈਂ ਇਸ ਆਂਢ ਗੁਆਂਢ ਵਿੱਚ ਬਣਾਈਆਂ ਸਨ। ਡਾਕਟਰ ਦਲੀਪ ਸਿੰਘ ਅਤੇ ਆਂਟੀ ਮਹਿੰਦਰ ਮੈਨੂੰ ਬੜਾ ਪਿਆਰ ਕਰਦੇ ਸੀ। ਆਂਟੀ ਹਮੇਸ਼ਾ ਮਾਵਾਂ ਵਰਗਾ ਸਲੂਕ ਕਰਦੀ ਸੀ। ਉਹ ਹੋਮ ਸਾਇੰਸ ਦੀ ਟੀਚਰ ਸੀ। ਕੁੜੀਆਂ ਨੂੰ ਸਜਾਉਣ ਦਾ ਉਸਨੂੰ ਬੜਾ ਚਾਅ ਹੁੰਦਾ ਸੀ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੇ ਘਰ ਉਹਨਾਂ ਦੀ ਆਪਣੀ ਕੋਈ ਬੇਟੀ ਨਹੀਂ ਸੀ, 2 ਬੇਟੇ ਹੀ ਸਨ, ਰਾਜੀ ਤੇ ਪੰਪੂ। ਮੈਂ ਵੱਡੀ ਹੋ ਕੇ ਵੀ ਆਂਟੀ ਕੋਲੋਂ ਹੋਮ ਸਾਇੰਸ ਦੀ ਸਕ੍ਰੈਪ ਬੁੱਕ ਬਣਾਉਣ ਲਈ ਸਹਾਇਤਾ ਲੈਂਦੀ ਹੁੰਦੀ ਸੀ। ਇਹ ਘਰ 7/32 ਰੂਪਨਗਰ ਸੀ। 5 ਕੁ ਸਾਲ ਅਸੀਂ ਇੱਥੇ ਰਹੇ। ਇੱਥੇ ਹੀ ਮੇਰੀਆਂ ਭੈਣਾਂ ਨੰਦੀ ਤੇ ਬੇਬੀ ਦਾ ਜਨਮ ਵੀ ਹੋਇਆ ਸੀ। ਪਰਿਵਾਰ ਹੁਣ ਵੱਡਾ ਹੋ ਗਿਆ ਸੀ ਤੇ ਫਿਰ ਅਸੀਂ ਡਾਕਟਰ ਸਰਨ ਦੇ ਘਰ 7/29 ਰੂਪਨਗਰ ਦੂਸਰੀ ਮੰਜ਼ਿਲ ਤੇ ਪਹੁੰਚ ਗਏ। ਇੱਥੇ ਫਿਰ ਤਕਰੀਬਨ 10 ਸਾਲ ਤੱਕ ਰਹੇ। ਇਸ ਘਰ ਵਿੱਚ ਬਚਪਨ ਦੀਆਂ ਬੜੀਆਂ ਖੂਬਸੂਰਤ ਯਾਦਾਂ ਮੈਂ ਆਪਣੇ ਮਨ ਵਿੱਚ ਸੰਜੋ ਕੇ ਰੱਖੀਆਂ ਹੋਈਆਂ ਨੇ, ਜੋ ਤੁਹਾਡੇ ਨਾਲ ਸਾਂਝੀਆਂ ਕਰਾਂਗੀ। 7/29 ਰੂਪਨਗਰ ਸਾਡੇ ਪਰਿਵਾਰ ਦੀ ਪਹਿਚਾਣ ਬਣ ਗਿਆ ਸੀ। ਸਾਡਾ ਟੈਲੀਫੋਨ ਨੰਬਰ 222279।
यानी ਇਹੋ ਹੀ ਡਿਜਿਟਸ 7 2 ਤੇ 9 ਘਰ ਦੇ ਪਤੇ ਦੇ ਅੰਕ ਅਤੇ ਟੈਲੀਫੋਨ ਦੇ ਅੰਕ ਇੱਕੋ ਸਨ ਅਤੇ ਯਾਦ ਕਰਨਾ ਬੜਾ ਸੌਖਾ ਸੀ। 7 ਨੰਬਰ ਮਾਂ ਦਾ ਲੱਕੀ ਨੰਬਰ ਸੀ ਕਿਉਂਕਿ 5 ਮਾਂ ਦੀ ਜਨਮ ਤਾਰੀਖ ਸੀ ਤੇ 9 ਨੰਬਰ ਦਾਰਜੀ ਦਾ ਲੱਕੀ ਨੰਬਰ ਸੀ ਕਿਉਂਕਿ ਉਹਨਾਂ ਦਾ ਜਨਮ 18 ਤਾਰੀਖ ਦਾ ਸੀ। ਦੁਨੀਆ ਦੇ ਕਿਸੇ ਕੋਨੇ ਤੇ ਵੀ ਮਿਲਣ ਵਾਸਤੇ ਆਏ ਲੋਕ ਸਾਨੂੰ ਇਸੇ ਘਰ ਵਿੱਚ ਬੜੇ ਸਹਿਜ ਤਰੀਕੇ ਨਾਲ ਲੱਭ ਲਵਾ ਕੇ ਪਹੁੰਚ ਜਾਂਦੇ ਸਨ। दूसरी मंजिल पूरी दी पूरी साडे कोल सी। 2 वड्डे कमरे, रसोई घर ते स्टोर रूम। पौड़ियां चढ़दे होए म्यानी सी जो कि दारजी दी लाइब्रेरी सी। 2 भागां विच वंडिया होया टैरिस, एक पासे वॉशरूम ते टॉयलेट ते दूजे पासे बैठण वाले टैरिस गार्डन भी सी। एक छोटा टैरिस सी, बेशुमार गमले रख के इसनूं सजाया होया सी ਤੇ ਸ਼ਾਮ ਇੱਥੇ ਹੀ ਗੁਜ਼ਾਰੀ ਦੀ ਸੀ। ਮੈਨੂੰ ਯਾਦ ਹੈ ਕਿ ਮੇਰਾ ਜੀ ਕਮਰਿਆਂ ਅੰਦਰ ਕਦੀ ਨਹੀਂ ਸੀ ਲੱਗਦਾ ਤੇ ਮੈਂ ਖਾਸ ਕਰ ਸਰਦੀਆਂ ਵਿੱਚ ਛੁੱਟੀ ਵਾਲੇ ਦਿਨ ਸਾਰਾ ਦਿਨ ਇਸ ਟੈਰਿਸ ਤੇ ਹੀ ਬਿਤਾਉਂਦੀ ਸੀ। 4 ਕੁਰਸੀਆਂ ਤੇ ਇੱਕ ਟੇਬਲ ਉੱਤੇ ਪੱਕੇ ਤੌਰ ਤੇ ਹੀ ਉੱਥੇ ਪਏ ਹੁੰਦੇ ਸਨ। ਮੇਰਾ ਸਕੂਲ ਦਾ ਕੰਮ ਵੀ ਮੈਂ ਇੱਥੇ ਹੀ ਬਹਿ ਕੇ ਕਰਦੀ ਸੀ। ਫਿਰ ਪਾਨਦੇਵ ਦੀ ਰਸੋਈ ਵੀ ਸਾਹਮਣੇ ਦਿਸਦੀ ਸੀ ਤੇ ਨਾਸ਼ਤਾ ਪਾਣੀ ਵੀ ਉੱਥੇ ਹੀ ਬੈਠੇ ਬੈਠੇ ਪਹੁੰਚ ਜਾਂਦਾ ਸੀ। ਦਾਰਜੀ ਦੇ ਘਰ ਹੁੰਦੇ, ਜੇ ਦਾਰਜੀ ਘਰ ਹੁੰਦੇ ਤਾਂ ਉਹ ਵੀ ਧੁੱਪ ਸੇਕਣ ਲਈ ਮੇਰੇ ਨਾਲ ਬਾਹਰ ਆ ਜਾਂਦੇ। ਅਸੀਂ ਰਲ ਕੇ ਖਾਂਦੇ ਪੀਂਦੇ ਤੇ ਤਸਵੀਰਾਂ ਖਿੱਚਣ ਦਾ ਸ਼ੌਕ ਵੀ ਪੂਰਾ ਕਰਦੇ। ਜੇ ਮਾਂ ਘਰ ਹੁੰਦੀ ਤਾਂ ਗੀਤ ਵੀ ਉੱਥੇ ਹੀ ਬੈਠ ਕੇ ਗਾਏ ਜਾਂਦੇ। ਦਾਰਜੀ ਟੇਬਲ ਨੂੰ ਤਬਲਾ ਬਣਾ ਲੈਂਦੇ ਤੇ ਤਾਲੀਆਂ ਦੇ ਤਾਲ ਨਾਲ ਸੰਗੀਤ ਗੂੰਜ ਪੈਂਦਾ। ਕਈ ਵਾਰੀ ਤਾਂ ਆਂਢੀਆਂ ਗੁਆਂਢੀਆਂ ਕੋਲੋਂ ਸੁਨੇਹਾ ਆਉਂਦਾ ਕਿ ਸਾਡੇ ਘਰ ਆ ਜਾਓ, ਬੜਾ ਮਜ਼ਾ ਆ ਰਿਹਾ ਹੈ ਤੁਹਾਡਾ ਸੰਗੀਤ ਸੁਣ ਕੇ। ਰੂਪਨਗਰ ਦੀ ਸਭ ਤੋਂ ਦਿਲਕਸ਼ ਗੱਲ ਇਹ ਸੀ ਕਿ ਸਾਰੇ ਬਹੁਤ ਮਿਲਣ ਵਰਤਣ ਵਾਲੇ ਲੋਕ ਸਨ। ਇੱਕ ਦੂਜੇ ਲਈ ਬਹੁਤ ਪਿਆਰ ਤੇ ਸਤਿਕਾਰ ਸੀ। ਸਾਡੇ ਘਰ ਦੇ ਸੱਜੇ ਪਾਸੇ ਵਾਲੀ ਸੜਕ ਇੱਕ ਲੰਮੀ ਸੜਕ ਸੀ ਜਿਸ ਤੇ 16 ਕੁ ਘਰ ਸਨ। ਇਹ ਹਰ ਵੇਲੇ ਸਾਨੂੰ ਆਪਣੇ ਕੋਠੇ ਤੋਂ ਦਿਸਦੇ ਸਨ ਤੇ ਸਾਰਿਆਂ ਨਾਲ ਦੁਆ ਸਲਾਮ ਵੀ ਇੱਥੋਂ ਹੋ ਜਾਂਦਾ ਸੀ। ਮਾਂ ਤੇ ਦਾਰਜੀ ਦੇ ਖਾਸ ਦੋਸਤਾਂ ਵਿੱਚੋਂ ਇੱਥੇ ਸੂਦ ਪਰਿਵਾਰ, ਗੁਪਤਾ ਪਰਿਵਾਰ, ਨਾਗਪਾਲਸ ਤੇ ਪੱਲਾ ਪਰਿਵਾਰ ਸਨ ਤੇ ਸੜਕ ਦੇ ਅਖੀਰ ਤੇ ਇੱਕ ਬੰਗਾਲੀ ਪਰਿਵਾਰ ਵੀ ਸੀ। ਸਾਡੇ ਘਰ ਵਾਲੀ ਗਲੀ ਵਿੱਚ ਪਹਿਲਾ ਘਰ ਗੁਪਤਾ ਸੀਨੀਅਰਸ ਦਾ ਸੀ, ਫਿਰ ਸਾਡਾ ਘਰ, ਅੱਗੇ ਡਾਕਟਰ ਗੋਪਾਲ ਸਿੰਘ ਦਰਦੀ ਮਸ਼ਹੂਰ ਲੇਖਕ, ਉਹਨਾਂ ਦੇ ਛੋਟੇ ਭਰਾ ਮੇਜਰ ਮੱਖਣ ਸਿੰਘ ਤੇ ਉਹਨਾਂ ਦਾ ਪਰਿਵਾਰ। ਇਹ ਸਾਰੇ ਘਰ 1000 ਗਜ਼ ਦੇ ਪਲਾਟ ਤੇ ਬਣੇ ਹੋਏ ਸਨ। ਸਾਹਮਣੇ ਮਾਲਕ ਮਕਾਨ ਰਹਿੰਦੇ ਸਨ ਤੇ ਪਿਛਲੇ ਪਾਸੇ ਅਕਸਰ ਕਿਰਾਏਦਾਰ। 7/30 ਦੇ ਕਿਰਾਏਦਾਰ ਸਨ ਸਾਨੀ ਪਰਿਵਾਰ। ਇੱਥੇ ਮੇਰੀ ਸਹੇਲੀ ਨੀਲਮ ਆਪਣੇ ਮਾਤਾ ਪਿਤਾ ਤੇ ਭੈਣ ਭਰਾਵਾਂ ਨਾਲ ਰਹਿ ਰਹੀ ਸੀ। ਅਗਲੇ ਘਰ ਵਿੱਚ ਸਰਦਾਰ ਜੀਵਨ ਸਿੰਘ ਦਿੱਲੀ ਦੇ ਮਸ਼ਹੂਰ ਵਪਾਰੀ ਸਨ ਜਿਨ੍ਹਾਂ ਦਾ ਕਾਫੀ ਵੱਡਾ ਪਰਿਵਾਰ ਸੀ। 7/32 ਸਾਡਾ ਪੁਰਾਣਾ ਘਰ ਸੀ ਜਿਸ ਦੇ ਮਾਲਕ ਮਕਾਨ ਸਨ ਡਾਕਟਰ ਦਲੀਪ ਸਿੰਘ। ਉੱਥੇ ਪਿਛਲੇ ਪਾਸੇ ਸਨ ਡਾਕਟਰ ਉਦਮ ਸਿੰਘ ਗਰਾਊਂਡ ਫਲੋਰ ਤੇ ਆਖਰੀ ਘਰ ਸੀ ਕੌਲ ਪਰਿਵਾਰ ਦਾ ਜੋ ਕਸ਼ਮੀਰ ਤੋਂ ਸਨ। ਇਹਨਾਂ ਸਾਰਿਆਂ ਦੋਸਤਾਂ ਦੀ ਮਿੱਤਰਤਾ ਇਤਨੀ ਪੱਕੀ ਸੀ ਕਿ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਸਾਥ ਦਿੰਦੇ ਸਨ। ਸਾਰਿਆਂ ਦੇ ਬੱਚੇ ਇੱਕ ਦੂਜੇ ਨਾਲ ਭੈਣ ਭਰਾਵਾਂ ਵਾਂਗਰ ਵਿਵਹਾਰ ਕਰਦੇ ਸਨ, ਇਕੱਠੇ ਖੇਡਦੇ ਅਤੇ ਵੱਧਦੇ ਫੁੱਲਦੇ ਵੱਡੇ ਹੋਏ। ਅਸੀਂ ਸਾਰੇ ਬੱਚਿਆਂ ਨੇ ਇੱਕ 7 ਸਟਾਰ ਕਲੱਬ ਵੀ ਬਣਾਇਆ ਹੋਇਆ ਸੀ। ਬੱਚੇ ਇਸ ਵਿੱਚ ਹਿੱਸਾ ਲੈਂਦੇ ਸਨ ਤੇ ਵੱਡੇ ਦਰਸ਼ਕ ਬਣ ਕੇ ਸਾਨੂੰ ਉਤਸ਼ਾਹਿਤ ਕਰਦੇ ਸਨ। ਇਸ ਗਰੁੱਪ ਦੀ ਮੈਂ ਲੀਡਰ ਬਣ ਜਾਂਦੀ ਸੀ ਤੇ ਹਰ ਵਾਰੀ ਪਹਿਲਾ ਇਨਾਮ ਜਿੱਤ ਕੇ ਆਉਂਦੀ ਸੀ। 7 ਬਲਾਕ ਦੇ ਵਿੱਚ ਬਹੁਤ ਯੂਨੀਵਰਸਿਟੀ ਦੇ ਅਧਿਆਪਕ ਰਹਿੰਦੇ ਸਨ ਕਿਉਂਕਿ ਇੱਥੇ ਕੈਂਪਸ ਸਿਰਫ 5 ਮਿੰਟ ਦਾ ਰਾਹ ਸੀ। ਸਾਰੇ ਕਾਲਜ ਨੇੜੇ ਸਨ। ਸਾਰੇ ਮਿੱਤਰ ਹਰ ਦਿਨ ਤਿਉਹਾਰ ਵੀ ਇਕੱਠੇ ਰਲ ਕੇ ਮਨਾਉਂਦੇ, ਭਾਵੇਂ ਹੋਵੇ ਹੋਲੀ, ਦੁਸਹਿਰਾ, ਦੀਵਾਲੀ, ਗੁਰਪੁਰਬ, ਜਨਮਅਸ਼ਟਮੀ ਤੇ ਭਾਵੇਂ ਕੋਈ ਹੋਰ ਸਮਾਗਮ। ਸਾਡੇ ਘਰ ਦੇ ਪਿੱਛੇ ਇੱਕ ਬਹੁਤ ਵੱਡਾ ਪਾਰਕ ਸੀ ਜਿੱਥੇ ਕੋਈ ਵੀ ਵੱਡਾ ਸਮਾਗਮ ਕਰਨ ਦੀ ਕੋਈ ਮੁਸ਼ਕਿਲ ਨਹੀਂ ਸੀ ਹੁੰਦੀ। ਖੁੱਲੀ ਡੁੱਲੀ ਥਾਂ ਸੀ। ਇੱਕ ਸਮਾਂ ਮੈਨੂੰ ਖਾਸ ਯਾਦ ਆਉਂਦਾ ਹੈ 1962 ਵੇਲੇ ਜਦ ਚੀਨ ਦਾ ਹਮਲਾ ਹੋਇਆ ਸੀ। ਉਦੋਂ ਸਾਰੇ 7 ਬਲਾਕ ਦੇ ਨਿਵਾਸੀਆਂ ਨੇ ਰਲ ਕੇ ਮਤਾ ਪਕਾਇਆ ਸੀ ਕਿ ਰਾਤੀ ਬਲੈਕ ਆਊਟ ਵੇਲੇ ਵਾਰੋ ਵਾਰੀ ਸਾਰੇ ਡਿਊਟੀ ਦੇਣਗੇ। ਕਿਸੇ ਨੇ ਵੀ ਆਪਣੀ ਜ਼ਿੰਮੇਵਾਰੀ ਨਾਲ ਕੁਤਾਹੀ ਨਹੀਂ ਕੀਤੀ।
ਅਤੇ ਵੱਧ ਚੜ ਕੇ ਆਪਣਾ ਆਪਣਾ ਫਰਜ਼ ਨਿਭਾਇਆ। ਇੰਜ ਮਹਿਸੂਸ ਹੁੰਦਾ ਸੀ ਕਿ ਸਾਰਿਆਂ ਨੂੰ ਆਪਣੇ ਦੇਸ਼ ਨਾਲ ਬਹੁਤ ਪਿਆਰ ਹੈ ਤੇ ਉਸ ਦੀ ਰੱਖਿਆ ਲਈ ਜਾਨ ਵੀ ਨਿਛਾਵਰ ਕਰਨ ਲਈ ਤਿਆਰ ਸਨ। ਅਸੀਂ ਬੱਚੇ ਆਪਣੇ ਕਲੱਬ ਰਾਹੀਂ ਦੇਸ਼ ਪ੍ਰੇਮ ਦੀ ਭਾਵਨਾ ਨੂੰ ਨਾਟਕ ਵਿੱਚ ਖੇਡ ਕੇ ਚੀਨੀਆਂ ਨੂੰ ਮਾਰ ਭਜਾਉਂਦੇ। ਦਾਰਜੀ ਨੇ ਇੱਕ ਕੌਮੀ ਗੀਤ ਵੀ ਲਿਖ ਕੇ ਦਿੱਤਾ, ਉਹ ਸਾਥੀ ਹੋ ਚਲਾ ਚੱਲ ਹੋਰ ਅਗਾਹਾਂ, ਨਾ ਪਾਸਾ ਮੋੜ ਪਿਛਾਹਾਂ। ਇਹ ਗੀਤ ਅਸੀਂ ਬਹੁਤ ਜੋਸ਼ ਨਾਲ ਗਾਉਂਦੇ ਤੇ ਸਾਰਿਆਂ ਵੱਡਿਆਂ ਕੋਲੋਂ ਪਿਆਰ ਲੈਂਦੇ। ਰੂਪਨਗਰ ਵਾਲਿਆਂ ਦੀ ਦੋਸਤੀ ਇੱਕ ਮਜ਼ਬੂਤ ਦੋਸਤੀ ਸੀ ਜਿਹੜੀ ਸਾਰੀ ਉਮਰ ਬਣੀ ਰਹੀ। ਨਾਲ ਹੀ ਸੀ ਸੂਦ ਪਰਿਵਾਰ। ਇਹ ਦੋ ਭਰਾ ਘਰ ਦੇ ਉੱਤੇ ਥੱਲੇ ਰਹਿੰਦੇ ਸਨ। ਵੱਡੇ ਸੂਦ ਅੰਕਲ ਦੀਆਂ ਦੋ ਬੇਟੀਆਂ ਸੁਸ਼ਮਾ ਤੇ ਨੀਲਮ ਤੇ ਇੱਕ ਬੇਟਾ ਸੀ। ਆਂਟੀ ਸੂਦ ਬੇहद ਪਿਆਰ ਵਾਲੀ ਔਰਤ ਸੀ। ਛੋਟੇ ਸੂਦ ਅੰਕਲ ਉੱਪਰਲੀ ਮੰਜ਼ਿਲ ਤੇ ਰਹਿੰਦੇ ਸਨ। ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਤੇ ਆਂਟੀ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ। ਉਹ ਮਾਂ ਦੀ ਜ਼ਬਰਦਸਤ ਫੈਨ ਸੀ। ਜਦ 1960 ਵੇਲੇ ਟੈਲੀਵਿਜ਼ਨ ਨਵਾਂ ਆਇਆ ਤਾਂ ਅਸੀਂ ਸੂਦ ਆਂਟੀ ਦੇ ਘਰ ਜਾ ਕੇ ਪ੍ਰੋਗਰਾਮ ਵੇਖੀਦੇ ਸਨ। ਉਹ ਬੜੇ ਚਾਅ ਨਾਲ ਸਾਡਾ ਸਵਾਗਤ ਕਰਦੀ, ਕਦੀ ਸਾਡੇ ਲਈ ਕੇਕ ਬਣਾਉਂਦੀ, ਕਦੇ ਮਿਠਾਈਆਂ ਲੈ ਕੇ ਆਉਂਦੀ। ਉਹਨਾਂ ਨੂੰ ਇੱਕ ਹੋਰ ਬੜਾ ਦਿਲਚਸਪ ਸ਼ੌਕ ਹੁੰਦਾ ਸੀ ਕਿ ਉਹ ਡਾਂਸ ਕਰਨ ਦੀ ਬੜੀ ਸ਼ੌਕੀਨ ਸੀ। ਉਸ ਜ਼ਮਾਨੇ ਵਿੱਚ ਕਲਿਫ ਰਿਚਰਡ ਤੇ ਐਲਵਿਸ ਪ੍ਰੈਸਲੇ ਦੇ ਰਿਕਾਰਡ ਲਗਾ ਕੇ ਅਸੀਂ ਖੂਬ ਨੱਚੀਦਾ ਸੀ। ਆਂਟੀ ਮੇਰੇ ਕੋਲੋਂ ਟਵਿਸਟ ਤੇ ਚਾਚਾ ਚਾ ਡਾਂਸ ਦੇ ਨਵੇਂ ਸਟੈਪ ਸਿੱਖਦੀ ਸੀ ਤੇ ਮੈਨੂੰ ਆਪਣਾ ਟੀਚਰ ਕਹਿੰਦੀ ਸੀ। ਫਿਰ ਆਏ ਗੁਪਤਾ ਪਰਿਵਾਰ। ਇਹਨਾਂ ਦੇ ਘਰ ਇੱਕ ਕਾਫੀ ਵੱਡਾ ਪਰਿਵਾਰ ਸੀ। ਇਹ ਵੀ ਦੋ ਭਰਾ ਸਨ ਤੇ ਇੱਕ ਸਾਡੀ ਗਲੀ ਵਾਲੀ ਸਾਈਡ ਤੇ ਸਨ ਤੇ ਦੂਜੇ ਸਾਹਮਣੇ। ਛੋਟੇ ਭਰਾ ਦੇ ਦੋ ਬੱਚੇ ਸਨ, ਇੱਕ ਬੇਟਾ ਤੇ ਇੱਕ ਬੇਟੀ, ਅਤੇ ਵੱਡੇ ਗੁਪਤਾ ਅੰਕਲ ਦੇ 5-6 ਬੱਚੇ ਸਨ। ਉਹਨਾਂ ਵਿੱਚ ਮੇਰੇ ਹਾਣ ਦੀ ਕਿਰਨ ਸੀ। ਉਸ ਨਾਲ ਮੇਰੀ ਬੜੀ ਦੋਸਤੀ ਸੀ ਕਿਉਂਕਿ ਬਾਕੀ ਸਾਰੇ ਸਾਡੇ ਤੋਂ ਬਹੁਤ ਵੱਡੇ ਸਨ। ਕਿਰਨ ਦੀ ਵੱਡੀ ਭੈਣ ਦੀ ਸ਼ਾਦੀ ਬੜੀ ਧੂਮਧਾਮ ਨਾਲ ਹੋਈ ਸੀ। ਜਦ ਬਰਾਤ ਆਈ ਤਾਂ ਦੁੱਲਾ ਮੀਆਂ ਦਾ ਨਾਂ ਸੀ ਲਵ, ਇੱਕ ਰਾਜਿਆਂ ਵਾਲੀ ਬੱਗੀ ਵਿੱਚ ਬੈਠ ਕੇ ਆਏ ਸਨ। ਉਹ ਬੜਾ ਫਿਲਮੀ ਨਜ਼ਾਰਾ ਸੀ। ਅਗਲੇ ਦਿਨ ਜਦ ਡੋਲੀ ਤੁਰੀ ਤੇ ਅਸੀਂ ਆਪਣੇ ਘਰ ਦੇ ਕੋਠੇ ਤੋਂ ਹੀ ਦੇਖ ਰਹੇ ਸਾਂ। ਦਾਰਜੀ ਦੀਆਂ ਅੱਖਾਂ ਭਰ ਆਈਆਂ ਸਨ ਤੇ ਮਾਂ ਨੇ ਉਹਨਾਂ ਨੂੰ ਮਜ਼ਾਕ ਨਾਲ ਕਿਹਾ, ਬਈ ਸਾਡੀਆਂ 3 ਵੀ ਇੰਜ ਹੀ ਟੁਰ ਜਾਣਗੀਆਂ। ਦਾਰਜੀ ਨੇ ਸਾਨੂੰ ਤਿੰਨਾਂ ਨੂੰ ਆਪਣੇ ਨਾਲ ਕੁੱਟ ਕੇ ਪਿਆਰ ਨਾਲ ਜੱਫੀ ਪਾ ਲਈ। ਸਾਹਮਣੇ ਆਏ ਨਾਗਪਾਲ ਅੰਕਲ। ਨਾਗਪਾਲ ਅੰਕਲ ਦਾ ਪਰਿਵਾਰ 6 ਬੱਚੇ ਸਨ। ਕਸ਼ਮੀਰੀ ਗੇਟ ਦਿੱਲੀ ਇਹਨਾਂ ਦਾ ਆਪਣਾ ਮਸ਼ਹੂਰ ਹੋਟਲ ਸੀ, ਹੋਟਲ ਕਾਰਲਟਨ। ਬੱਚਿਆਂ ਵਿੱਚੋਂ ਸਭ ਤੋਂ ਵੱਡਾ ਸੀ ਦੀਪਕ, ਫਿਰ ਕਾਮਣੀ ਤੇ ਕਮਲ, ਫਿਰ 2 ਬੇਟੀਆਂ ਤੇ ਇੱਕ ਬੇਟਾ। ਅਸੀਂ ਸਾਰੇ ਬਹੁਤ ਸ਼ਰਾਰਤਾਂ ਕਰਦੇ ਸੀ ਤੇ ਆਪਸ ਵਿੱਚ ਬਹੁਤ ਖੇਡਾਂ ਵੀ ਖੇਡਦੇ ਸੀ। ਦਾਰਜੀ ਤੇ ਮਾਂ ਨਾਲ ਉਹਨਾਂ ਦਾ ਬਹੁਤ ਪਿਆਰ ਸੀ। ਉਹਨਾਂ ਦੇ ਨਾਲ ਸਨ ਪੱਲਾ ਪਰਿਵਾਰ। ਅੰਕਲ ਵਕੀਲ ਸਨ ਤੇ ਉਹਨਾਂ ਦੀ ਪਤਨੀ ਬਹੁਤ ਹੀ ਸੁਲਝੀ ਹੋਈ, ਲੰਮੀ ਉੱਚੀ ਤੇ ਖੂਬਸੂਰਤ ਔਰਤ ਸੀ। ਉਹਨਾਂ ਦੇ 3 ਬੇਟੇ ਸਨ, ਲਲਿਤ, ਇੰਦਰ ਤੇ ਅਸ਼ੋਕ। ਇੱਕ ਬੇਟੀ ਵੀ ਸੀ, ਨੀਲਮ। ਨੀਲਮ ਸਭ ਤੋਂ ਛੋਟੀ ਸੀ, ਉਹ ਮੇਰੀ ਸਹੇਲੀ ਸੀ। 3 ਵੱਡੇ ਭਰਾ ਸਨ ਤੇ ਉਹਨਾਂ ਤੋਂ ਬੜਾ ਉਹ ਝਿਜਕਦੀ ਸੀ। ਹਾਲਾਂਕਿ ਉਹਨਾਂ ਦਾ ਸੁਭਾਅ ਬੜਾ ਪਿਆਰ ਵਾਲਾ ਸੀ। ਆਂਟੀ ਮਾਂ ਦੇ ਨਾਲ ਬਹੁਤ ਪਿਆਰ ਕਰਦੀ ਸੀ। ਇਹ ਸਾਰੀਆਂ ਸਹੇਲੀਆਂ ਦਾ ਇੱਕ ਕਿੱਟੀ ਗਰੁੱਪ ਵੀ ਹੁੰਦਾ ਸੀ। ਮਾਂ ਕੋਲੋਂ ਗਾਣੇ ਸੁਣਨ ਦਾ ਇਹ ਸਭ ਤੋਂ ਵਧੀਆ ਜ਼ਰੀਆ ਸੀ। ਸਾਰੇ ਤਿਉਹਾਰ ਰਲ ਕੇ ਮਨਾਉਂਦੇ ਤੇ ਦੁੱਖ ਸੁੱਖ ਵੀ ਸਾਂਝੇ ਹੁੰਦੇ। ਰੂਪਨਗਰ ਸਾਡਾ ਇੱਕ ਪਰਿਵਾਰ ਹੀ ਬਣ ਗਿਆ ਸੀ। ਸਾਡੀ ਗਲੀ ਵਾਲੇ ਬਹੁਤ ਸਾਰੇ ਪ੍ਰੋਫੈਸਰ ਸਨ। ਸਾਡੀ ਗਲੀ ਵਿੱਚ ਬਹੁਤ ਸਾਰੇ ਪ੍ਰੋਫੈਸਰ ਸਨ। ਸਾਡੇ ਮਾਲਕ ਮਕਾਨ ਡਾਕਟਰ ਸਰਨ ਦਿੱਲੀ ਯੂਨੀਵਰਸਿਟੀ ਵਿੱਚ ਰੀਡਰ ਸਨ ਤੇ ਸਾਰਿਆਂ ਨਾਲੋਂ ਵੱਧ ਤੇ ਵੱਡੇ ਮੰਨੇ ਜਾਂਦੇ ਸਨ। ਉਹਨਾਂ ਦੀ ਬੇਟੀ ਦਾ ਨਾਮ ਵੀ ਡੋਲੀ ਸੀ ਤੇ ਅਸੀਂ ਬਹੁਤ ਪੱਕੀਆਂ ਸਹੇਲੀਆਂ ਵੀ ਸੀ। ਆਂਟੀ ਸਰਨ ਮਦਰਾਸ ਤੋਂ ਸੀ ਤੇ ਬੜੀਆਂ ਸੋਹਣੀਆਂ ਸਾੜੀਆਂ ਪਾਉਂਦੀ ਸੀ। ਉਹ ਘਰ ਵਿੱਚ ਬੜਾ ਡਿਸਪਲਿਨ ਰੱਖਦੀ ਸੀ। ਹਰ ਕੰਮ ਦਾ ਇੱਕ ਸਮਾਂ ਬਣਿਆ ਹੋਇਆ ਸੀ। ਜੀਵਨ ਸਿੰਘ ਅੰਕਲ ਦਾ ਪਰਿਵਾਰ ਇੱਕ ਵੱਡਾ ਪਰਿਵਾਰ ਸੀ ਜੋ ਅਗਲੇ ਘਰ ਵਿੱਚ ਸਨ। 5 ਬੇਟੇ ਤੇ ਇੱਕ ਬੇਟੀ। ਬੇਟੀ ਸੁਰਿੰਦਰ ਮੇਰੀ ਭੈਣ ਨੰਦੀ ਦੇ ਹਾਣ ਦੀ ਸੀ। ਮੈਨੂੰ ਯਾਦ ਆਉਂਦਾ ਹੈ ਉਹਨਾਂ ਨੇ ਆਪਣੇ ਘਰ ਵਿੱਚ ਇੱਕ ਪੀਂਘ ਪਾਈ ਹੋਈ ਸੀ। ਇੱਕ ਵਾਰੀ ਸੁਰਿੰਦਰ ਤੇ ਮੈਂ ਪੀਂਘ ਝੂਟਦੀਆਂ ਪਈਆਂ ਸੀ ਤੇ ਸੰਗਲ ਟੁੱਟ ਗਿਆ ਤੇ ਅਸੀਂ ਦੋਵੇਂ ਡਿੱਗੀਆਂ ਤੇ ਕਾਫੀ ਸੱਟਾਂ ਵੀ ਲੱਗੀਆਂ।
पर बच गईयां, कोई हड्डी वड्डी नहीं टुटी। आंटी ने बड़े प्यार नाल मैनू अपने कमरे विच चुक के लियांदा ते गरम दुध हल्दी वाला पीण लई मजबूर कीता। मैनू दुध बिल्कुल चंगा नहीं सी लगदा, पर उन्हां दे कहण ते मैं चुप करके सारा दुध पी लिया सी। उन्हां दे नाल सन सानी परिवार। अंकल सानी LIC दे वड्डे अफसर सन। उन्हां दे 3 बेटे सन, नरेश, सुरेश ते सतीश, ते 2 बेटियां इंदू ते नीलम। नीलम मेरी बहुत प्यारी सहेली सी ते अज तक है। वो मेरे नालों 2 कुछ साल वड्डी सी, पर साडा हाण वाला ही हिसाब सी। अमरूद दे दरख्तां ते चढ़ के कच्चे अमरूद तोड़ के फिर उन्हां दी चाट बना के खानी। उहनूं भी गाउण दा बड़ा शौक सी। वो दोवें भैणां वनस्थली विद्यापीठ विच पढ़दियां सन ते होस्टल विच रहिंदियां सन। मैनू उन्हां दे इंतजार रहिंदी सी क्योंकि वो छुट्टियां विच ही घर आउंदियां सन। उत्थे वो दोवें संगीत दी काफ़ी सिक्ख्या लैंदियां सन ते इंदू दीदी दा तां सितार भी वजाउंदी सी। सारे भरा ते आंटी अंकल दा साडे घर बहुत आउणा जाना सी। ਇਹ बड़ा ही निग्गा ते मिलापड़ा परिवार सी। इंदू दीदी दी शादी एक फौजी अफसर नाल होई सी। पहली वारी एक वर्दी वाले अफसर नूं वेख के शायद मेरे मन विच भी कुछ तरंगां उठियां सन। ਇਹ गल मैनूं हुण भी जद कदे इंदू दीदी मिलदे ने ते जनरल साहब छेड़ देंदे ने, मुझे देख कर ही डॉली ने भी फौजी अफसर के साथ शादी की है। शरणजीत, आप मुझे थैंक्स करो। हुण वो लेफ्टिनेंट जनरल बन के रिटायर हुए। बहुत ग्रैंड शख्स हैं। नीलम दी शादी अंबाला दे एक बिजनेस परिवार विच हुई। सरीन परिवार पिछों बहुत तगड़े लोग सन। कुची पापा साडे जीजा जी बने, बहुत ही प्यार वाले ते मिलापड़े शख्स। नीलम दी दोस्ती मेरे नाल अज भी बरकरार है। वो मेरियां सहेलियां विचों सब तो मिलनसार है। नीलम ते मैं बचपन तो ही एक दूजे नूं एक खास अंदाज नाल बुलाउंदियां सी। ਉਹ ਮੈਨੂੰ ਭੈੜੀ ਬੂਥੀ ਕਹਿੰਦੀ ਸੀ ਜਾਂ ਭੈੜੀ ਸ਼ਕਲ, ਤੇ ਅੱਜ ਵੀ ਉਹ ਨਹੀਂ ਬਦਲਿਆ। ਰੂਪਨਗਰ ਸਾਡਾ ਘਰ ਇੱਕ ਸੱਭਿਆਚਾਰਕ ਅਖਾੜਾ ਬਣ ਗਿਆ ਸੀ। ਕਦੀ ਬਲਵੰਤ ਗਾਰਗੀ, ਕਦੀ ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਡਾਕਟਰ ਭਜਨ ਸਿੰਘ, ਕਦੇ ਵੱਡੇ ਤੋਂ ਵੱਡਾ ਗਾਇਕ ਜਿਵੇਂ ਪਾਕਿਸਤਾਨ ਤੋਂ ਖਾਨ ਸਾਹਿਬ ਸਲਾਮਤ ਅਲੀ, ਨਜ਼ਾਕਤ ਅਲੀ, ਪੰਨਾ ਲਾਲ ਕੱਥਕ, ਕੁੰਦਨ ਲਾਲ ਭੂਤ, SD ਬਾਤਿਸ਼, ਪੰਡਿਤ ਮਣੀ प्रसाद, महिंदर कपूर, माँ दे सारे रेडियो स्टेशन दे सहयोगी, त्रिलोक कपूर, महिंदर पाल, पूर्णिमा दास, NS नरूला, आसा सिंह मस्ताना, उषा सेठ, पुष्पा हंस, सरला कपूर, भुपिंदर सिंह, कमल हंसपाल, शांति माथुर ते पंजाब दे बेशुमार संगीतकार ते लेखक आम ही साडे घर आउंदे जांदे सन। माँ ते दारजी ने अपने वास्ते एक घर एक ऐसा अड्डा बना लिया सी जिस नूं सारे संगीत दा मंदिर कहंदे सन। कई लोग तां सिर्फ दोहां नूं मत्था टेकण ही आउंदे सन। दारजी दे कॉलेज दे विद्यार्थी उन्हां तों आशीर्वाद लए बिना कुछ करदे ही नहीं सन ते घर ज्ञान दा ते कला दा मक्का बन गया सी। रूपनगर छड्डण वेले सारे इंज रोए जिवें हत्थों कोई बहुत वड्डा खजाना खुंज गया होवे। मैं प्री मैडिकल करन लई गुड़गावा कॉलेज विच पढ़न गई हुई सी। जद रूपनगर वाले सारे मैनू मिले तां रोना बंद ही नहीं हो रहा सी। जिथे सारा बचपन गुजारिया सी, हुण पता नहीं मुड़ के इत्थे आउणा भी है कि नहीं। हुण यादां दे मिठे सरोवर विच तरदियां दारजी दीयां गल्लां मुड़ चेते आउंदियां ने। तुसीं अपने सुंदर पास्ट नूं याद करके खूबसूरत भविख बना सकदे हो। इस लई अपने वर्तमान नूं ईमानदारी नाल जियो। दारजी हुण खालसा कॉलेज विच पंजाबी डिपार्टमेंट विच लैक्चरर पक्के हो गए सन ਅਤੇ माँ एक मशहूर पंजाबी सिंगर बन चुकी सी। कई विदेश यात्रावां कर चुकी सी। दारजी माँ नूं हमेशा सरकारी डेलीगेशनां विच जाण लई हौसला अफजाई करदे सन। पंडित जवाहर लाल नेहरू ने माँ नूं पंजाब दा पक्का नुमाइंदा चुणिया होया सी ਅਤੇ कोई भी ग्रुप माँ तो बगैर विदेशां विच नहीं सी जांदा। कदी इंग्लैंड, चीन, रूस, चैकोसलोवेकिया ਅਤੇ कदी पोलैंड आदि। इन्हां डेलीगेशनां विच पंडित रवि शंकर, बेगम अख्तर, बड़े गुलाम अली, अली अकबर, अल्लाह रखा खां साहब, कृष्ण महाराज, बिरजू महाराज, यामिनी कृष्णा मूर्ति, संयुक्ता पानीग्रही,
व्यासराव पटवर्धन, आसा सिंह मस्ताना भी शामिल हुंदे सन। इन्हां सारिਆਂ ਦਾ आपस ਵਿੱਚ बहुत प्यार ਸੀ। ਟੂਰ ਤੋਂ ਵਾਪਸ ਆ ਕੇ ਵੀ ਮੇਲ ਜੋਲ ਬਣਿਆ ਰਹਿੰਦਾ ਸੀ। ਸਾਰਿਆਂ ਦੇ ਮਨ ਵਿੱਚ ਦੇਸ਼ ਵਾਸਤੇ ਪਿਆਰ ਅਤੇ ਸਮਰਪਿਤ ਹੋਣ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਦਾਰਜੀ ਜਿੰਨੇ ਉਤਸ਼ਾਹ ਨਾਲ ਮਾਂ ਵਾਸਤੇ ਦੇਸ਼ ਪ੍ਰੇਮ ਤੇ ਕੌਮੀ ਗੀਤ ਲਿਖਦੇ ਸਨ, ਉਹ ਗਾਉਂਦੇ ਵੀ ਉਸੇ ਉਤਸ਼ਾਹ ਨਾਲ ਸਨ। ਬਾਹਾਂ ਉਲਾਰ ਕੇ ਅਤੇ ਧਰਤੀ ਉੱਤੇ ਜ਼ੋਰ ਨਾਲ ਪੈਰ ਮਾਰ ਕੇ, ਤੁਰਿਆ ਅਮਨ ਦਾ ਕਾਫਲਾ ਜਹਾਨ ਨਾਲ ਹੈ, ਇਹ ਕਾਮਗਾਰ ਨਾਲ ਤੇ ਕਿਸਾਨ ਨਾਲ ਹੈ। ਤੇਰਾ ਸਿੰਘ ਚੰਦ ਦਾ ਲਿਖਿਆ ਇਹ ਗੀਤ ਮੈਂ ਸਭ ਨੂੰ ਰਲ ਕੇ ਗਾਉਂਦਿਆਂ ਵੀ ਵੇਖਿਆ ਤੇ ਸੁਣਿਆ ਹੈ। IPTA ਇਹ ਇਪਟਾ ਦਾ ਇੱਕ ਜੱਥਾ ਬਣਿਆ ਸੀ। ਇਪਟਾ ਕਾਨਫਰੰਸ, ਜਿਸ ਵਿੱਚ ਜੋਸ਼ ਅਤੇ ਜਨੂਨ ਦਾ ਉਹ ਮੁਜ਼ਾਹਰਾ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ ਤਾਂ ਅੱਖਾਂ ਨਮ ਹੋ ਜਾਂਦੀਆਂ ਨੇ, ਜਿਸ ਨੂੰ ਬਿਆਨ ਕਰਨਾ ਬਹੁਤ ਬਹੁਤ ਔਖਾ ਹੈ।